ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡੇ ਆਪਣੇ ਚੈਨਲ ਮਾਈਂਡ ਕੋਚ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਗੱਲ ਕਰਾਂਗੇ ਮਾਡਰਨ ਹਿਸਟਰੀ ਦੇ ਚੈਪਟਰ ਨੰਬਰ 4 ਦੀ। ਇਸ ਤੋਂ ਪਹਿਲਾਂ ਚੈਪਟਰ ਨੰਬਰ 1 ਜਿਸ ਦੇ ਵਿੱਚ 1857 ਦਾ ਵਿਦਰੋਹ ਕਵਰ ਕਰ ਚੁੱਕੇ ਹਾਂ। ਚੈਪਟਰ ਨੰਬਰ 2 ਜਿਸ ਦੇ ਵਿੱਚ 1858 ਦਾ ਐਕਟ ਅਤੇ 1861 ਦਾ ਐਕਟ ਆਪਾਂ ਡਿਸਕਸ ਕੀਤਾ। ਚੈਪਟਰ ਨੰਬਰ 3 ਦੇ ਵਿੱਚ ਆਪਾਂ ਜੋ ਸੀ ਇੰਡੀਅਨ ਨੈਸ਼ਨਲ ਕਾਂਗਰਸ, ਨਰਮ ਦਲ ਅਤੇ ਗਰਮ ਦਲ ਦੀ ਜੋ ਸੀਗੀ ਉਹ ਗੱਲ ਕੀਤੀ। ਅੱਜ ਆਪਾਂ ਚੈਪਟਰ ਨੰਬਰ 4 ਕਰਨ ਜਾ ਰਹੇ ਹਾਂ ਔਰ ਚੈਪਟਰ ਨੰਬਰ 4 ਦੇ ਵਿੱਚ ਆਪਾਂ 1892 ਦਾ ਐਕਟ, ਉਸ ਤੋਂ ਬਾਅਦ ਬੰਗਾਲ ਦੀ ਵੰਡ ਅਤੇ ਬੰਗ ਭੰਗ ਅਤੇ ਸਵਦੇਸ਼ੀ ਮੂਵਮੈਂਟ ਅੰਦੋਲਨ ਦੀ ਗੱਲ ਕਰਾਂਗੇ। तो बिना देरी शुरू करते हैं। देखो, अगर गल करिए भारत सरकार एक्ट 1892 की, तो भारत सरकार एक्ट 1892 इस एक्ट नूं भारती परिषद एक्ट के नाम नाल भी जानिया जाता है। मतलब भारत सरकार एक्ट 1892 नूं इंडियन कौंसल एक्ट 1892 का नाम भी दिता जाता है। तो भारतीय परिषद एक्ट 1892 ਦੇ ਆਉਣ ਦੇ ਕੀ ਕਾਰਨ ਰਹੇ ਉਸ ਦੀ ਅਗਰ ਗੱਲ ਕਰੀਏ तो 1857 ਦੇ ਵਿਦਰੋਹ ਤੋਂ ਬਾਅਦ, ਜੋ 1857 ਦਾ ਵਿਦਰੋਹ ਹੋਇਆ, ਉਸ ਤੋਂ ਬਾਅਦ ਆਪਾਂ ਪੜਿਆ ਕਿ ਦੋ ਐਕਟ ਇਹਨਾਂ ਨੇ ਪਾਰਿਤ ਕੀਤੇ ਸੀ, 1858 ਅਤੇ 1861। ਠੀਕ ਹੈ, ਇਹ ਦੋਨੋਂ ਹੀ ਐਕਟ ਜਿਹੜੇ ਸੀਗੇ ਉਹ ਪੂਰੀ ਤਰ੍ਹਾਂ ਸੁਧਾਰ ਨਹੀਂ ਕਰ ਪਾਏ ਸੀਗੇ। ਹਾਲਾਂਕਿ ਰਿਫਾਰਮ ਦੇ ਲਈ ਇਹ ਐਕਟ ਆਏ ਸੀਗੇ, ਲੇਕਿਨ ਇਹ ਇੰਡੀਆ ਦੇ ਵਿੱਚ ਪੂਰੀ ਤਰ੍ਹਾਂ ਰਿਫਾਰਮ ਕਰਨ ਦੇ ਵਿੱਚ ਅਸਫਲ ਰਹੇ, ਜਿਸ ਕਰਕੇ ਇੱਕ ਨਵੇਂ ਐਕਟ ਦੀ ਨੀਡ ਜਿਹੜੀ ਸੀਗੀ ਉਹ ਮਹਿਸੂਸ ਕੀਤੀ ਜਾ ਰਹੀ ਸੀ। दूसरा जो कारण रहा इसका वो सी 1885 ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਜਿਹੜੀ ਸੀਗੀ ਉਹਦੀ ਸਥਾਪਨਾ ਹੋ ਚੁੱਕੀ ਸੀਗੀ ਅਤੇ ਇਹ ਇੱਕ ਰਾਜਨੀਤਿਕ ਪਾਰਟੀ ਦੇ ਰੂਪ ਵਿੱਚ ਵਿਕਸਿਤ ਹੋ ਗਈ ਸੀ ਔਰ ਇੱਕ ਵੱਡੀ ਪਾਰਟੀ ਬਣ ਗਈ ਸੀਗੀ। ਔਰ ਇਹ ਵੱਡੀ ਪਾਰਟੀ ਹੋਣ ਦੇ ਕਾਰਨ ਜੋ ਇਹ ਡਿਮਾਂਡ ਰੱਖ ਰਹੀ ਸੀ, ਜੋ ਇਹ ਮੰਗਾ ਕਰ ਰਹੀ ਸੀ, ਉਸ ਨੂੰ ਮੰਨਣ ਦੇ ਲਈ, ਠੀਕ ਹੈ, ਉਸ ਨੂੰ ਮੰਨਣ ਦੇ ਲਈ ਇੰਗਲੈਂਡ ਜਾਂ ਕਹਿ ਲਓ ਕਿ ਬ੍ਰਿਟਿਸ਼ ਜਿਹੜਾ ਸੀਗਾ ਉਹ ਮਜਬੂਰ ਹੋ ਰਿਹਾ ਸੀ। ਜਾਂ ਕਹਿ ਲਓ ਇਸ ਤਰ੍ਹਾਂ ਕਿ ਭਾਰਤੀ ਰਾਸ਼ਟਰੀ ਕਾਂਗਰਸ ਬ੍ਰਿਟਿਸ਼ ਨੂੰ, ਅੰਗਰੇਜ਼ਾਂ ਨੂੰ ਮਜਬੂਰ ਕਰ ਰਹੀ ਸੀ ਆਪਣੀਆਂ ਮੰਗਾਂ ਮਨਵਾਉਣ ਦੇ ਲਈ। यही कारण है कि ब्रिटिश ने भारतीय परिषद एक्ट 1892 इंडिया के लिए लेके आता। तो इंडियन काउंसिल एक्ट 1892 जो कि 20 जून 1892 ਦੇ ਵਿੱਚ ਪਾਰਿਤ ਹੁੰਦਾ ਹੈ ਔਰ ਭਾਰਤੀ परिषद एक्ट 1892 ਦੀਆਂ अगर ਵਿਸ਼ੇਸ਼ਤਾਵਾਂ ਦੀ ਗੱਲ ਕਰੀਏ तो सब तो पहला तो 1892 ਦੇ एक्ट ਦੇ तहत ही ਭਾਰਤ ਵਿੱਚ निर्वाचन प्रणाली मतलब इलेक्शन प्रोसेस की व्यवस्था की गई सी। दूसरा, इसे ही एक्ट के द्वारा भारतीयों ਨੂੰ बजट ते बहस करन ਦਾ अधिकार मिलिया। मतलब जो बजट है उस ते बहस करन ਦਾ अधिकार दिता गया, उस ते क्वेश्चनिंग करन ਦਾ अधिकार दिता गया। पर याद रखियो इस एक्ट के द्वारा 1892 के एक्ट के तहत बजट ते मत देने का अधिकार हाले तक इंडियंस ਨੂੰ नहीं दिता गया सी। मतलब कुल मिला के वोटिंग जो राइट सीगे वो इंडियंस ਨੂੰ हाले नहीं दिते गए सीगे। तो आई थिंक ਤੁਹਾਨੂੰ ਇਹ स्लाइड समझ आ गई होगी। नेक्स्ट चलते हैं। उस तो बाद जो 1892 ਦੀਆਂ ਵਿਸ਼ੇਸ਼ਤਾਵਾਂ ਹੈ ਉਸ ਦੇ ਤਹਿਤ ਜੋ ਤੀਸਰਾ ਪੁਆਇੰਟ ਹੈ ਉਹ ਹੈ ਕਿ ਜੋ ਵਿਧਾਨ ਪ੍ਰੀਸ਼ਦਾਂ ਸੀਗੀਆਂ ਉਹਨਾਂ ਵਿੱਚ ਭਾਰਤੀਆਂ ਦੀ ਸੰਖਿਆ ਵਧਾ ਦਿੱਤੀ ਗਈ। ਜੋ ਮੈਂਬਰਸ਼ਿਪ ਸੀਗੀ, ਇੰਡੀਅਨ ਜੋ ਮੈਂਬਰਸ਼ਿਪ ਸੀਗੀ ਉਸ ਨੂੰ ਵਿਧਾਨ ਪ੍ਰੀਸ਼ਦ ਦੇ ਵਿੱਚ ਵਧਾ ਦਿੱਤਾ ਗਿਆ ਔਰ ਇਲੈਕਸ਼ਨ ਦੇ ਲਈ ਅਪਰਤੱਖ ਪ੍ਰਣਾਲੀ ਦਾ ਇਸਤੇਮਾਲ ਵੀ ਕੀਤਾ ਗਿਆ। तो इनडायरेक्टली इलेक्शन ਜਿਹੜੇ ਸੀਗੇ ਜਾਂ ਕਹਿ ਲਓ ਕਿ ਇਨਡਾਇਰੈਕਟਲੀ ਜੋ ਪ੍ਰੋਸੈਸ ਸੀਗਾ ਉਹ ਯੂਜ਼ ਕੀਤਾ ਗਿਆ ਔਰ ਇਹਨਾਂ ਮੈਂਬਰਾਂ ਨੂੰ, ਜੋ ਇਹ ਵਿਧਾਨ ਪ੍ਰੀਸ਼ਦ ਦੇ ਮੈਂਬਰ ਹੈ, ਇਹਨਾਂ ਮੈਂਬਰਾਂ ਨੂੰ ਵੀ ਬਜਟ ਤੇ ਬਹਿਸ ਕਰਨ ਅਤੇ ਕੁਐਸਚਨਿੰਗ ਕਰਨ ਦਾ ਜੋ ਸੀ ਅਧਿਕਾਰ ਦਿੱਤਾ ਗਿਆ। ਇਸ ਸਮੇਂ ਤੱਕ ਭਾਰਤ ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਨੇ ਰਾਜਨੀਤਿਕ ਗਤੀਵਿਧੀਆਂ ਦੇ ਵਿੱਚ ਹਿੱਸਾ ਲੈਣ ਲਈ ਆਪਣੀਆਂ ਮੰਗਾਂ ਰੱਖਣੀਆਂ ਸ਼ੁਰੂ ਕਰਤੀਆਂ ਸੀ। मतलब जो इंडियन नेशनल कांग्रेस है वो पॉलिटिकली अपने आप ਨੂੰ बहुत ज्यादा डेवलप कर रही सी और राजनीतिक गतिविधियां ਦੇ ਵਿੱਚ ਹਿੱਸਾ ਲੈਣ ਦੇ ਲਈ ਪੂਰੀ ਤਰ੍ਹਾਂ ਤਿਆਰ ਸੀ। जिस दे तहत कांग्रेस के मैंबरां ने अपने अपने तरीके इस्तेमाल किए। मतलब जो कांग्रेस के मैंबर सी उन्होंने
ਆਪਣੀਆਂ ਮੰਗਾਂ ਮਨਵਾਉਣ ਦੇ ਲਈ ਅਲੱਗ-ਅਲੱਗ ਤਰੀਕੇ ਇਸਤੇਮਾਲ ਕੀਤੇ। ਜਿਵੇਂ ਕਿ ਆਪਾਂ ਗੱਲ ਕੀਤੀ ਕਿ ਕਾਂਗਰਸ ਜੋ ਸੀ ਉਹ 1907 ਦੇ ਵਿੱਚ ਡਿਵਾਈਡ ਹੋ ਜਾਂਦੀ ਹੈ ਗਰਮ ਦਲ ਅਤੇ ਨਰਮ ਦਲ ਦੇ ਰੂਪ ਦੇ ਵਿੱਚ। ਇੱਥੇ ਅਗਰ ਮੈਂ ਗਰਮ ਦਲ ਦੀ ਗੱਲ ਕਰਾਂ ਤਾਂ ਗਰਮ ਦਲ ਦੇ ਜੋ ਨੇਤਾ ਸੀ ਲਾਲਾ ਲਾਜਪਤ ਰਾਏ, ਬਾਲ ਗੰਗਾਧਰ ਤਿਲਕ ਅਤੇ ਬਿਪਨ ਚੰਦਰ ਪਾਲ ਵਰਗੇ ਨੇਤਾਵਾਂ ਨੇ ਉਗਰਵਾਦੀ ਵਿਚਾਰਧਾਰਾ ਨੂੰ ਅਪਣਾਇਆ ਅਤੇ ਉਗਰਵਾਦੀ ਕਾਰਵਾਈਆਂ ਕਰਨੀਆਂ ਸ਼ੁਰੂ ਕੀਤੀਆਂ। ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਪੰਜਾਬ ਦੇ ਵਿੱਚ ਜੋ ਸੀ ਉਹ ਲਾਲਾ ਲਾਜਪਤ ਰਾਏ ਬਹੁਤ ਜ਼ਿਆਦਾ ਐਕਟਿਵ ਸੀ। ਬਾਲ ਗੰਗਾਧਰ ਤਿਲਕ ਦੀ ਗੱਲ ਕਰੀਏ ਤਾਂ ਇਹ ਮਹਾਰਾਸ਼ਟਰ ਦੇ ਵਿੱਚ ਬਹੁਤ ਜ਼ਿਆਦਾ ਐਕਟਿਵ ਸੀ। ਲੇਕਿਨ ਉੱਥੇ ਹੀ ਬਿਪਨ ਚੰਦਰ ਪਾਲ ਜੋ ਸੀਗੇ, ਜੋ ਇਹ ਬਿਪਨ ਚੰਦਰ ਪਾਲ ਸੀ, ਗਰਮ ਦਲ ਦੇ ਨੇਤਾ ਸੀ, ਇਹ ਬੰਗਾਲ ਦੇ ਵਿੱਚ ਬਹੁਤ ਜ਼ਿਆਦਾ ਐਕਟਿਵ ਸੀ ਔਰ ਇਹ ਬੰਗਾਲ ਦੇ ਵਿੱਚ ਰਾਸ਼ਟਰਵਾਦ ਦੀ ਭਾਵਨਾ ਨੂੰ ਬਹੁਤ ਜ਼ਿਆਦਾ ਉਤਸ਼ਾਹ ਦੇ ਰਹੇ ਸੀ, ਬਹੁਤ ਜ਼ਿਆਦਾ ਉਤਸ਼ਾਹਿਤ ਕਰ ਰਹੇ ਸੀ। ਲੋਕ ਇਹਨਾਂ ਦੀਆਂ ਗੱਲਾਂ ਦੇ ਵਿੱਚ ਆ ਕੇ, ਲੋਕ ਇਹਨਾਂ ਦੇ ਭਾਸ਼ਣਾਂ ਨੂੰ ਸੁਣ ਕੇ ਰਾਸ਼ਟਰਵਾਦ ਦੇ ਵਿੱਚ ਬਹੁਤ ਜ਼ਿਆਦਾ ਬਲੀਵ ਕਰਨ ਲੱਗ ਗਏ ਸੀ। ਹਿੰਦੂ ਮੁਸਲਮਾਨ ਇੱਕ ਯੂਨਿਟੀ ਬਣ ਗਈ ਸੀ ਔਰ ਮਿਲ ਕੇ ਉਹ ਦੇਸ਼ ਦੀ ਆਜ਼ਾਦੀ ਦਾ ਸੰਘਰਸ਼ ਜਿਹੜਾ ਸੀਗਾ ਉਹ ਲੜਨ ਦੇ ਲਈ ਤਤਪਰ ਯਾਨੀ ਕਿ ਤਿਆਰ ਸੀ। ਲੇਕਿਨ ਇੱਥੇ ਹੀ ਲਾਰਡ ਕਰਜ਼ਨ ਨੇ, ਜੋ ਕਿ ਉਸ ਸਮੇਂ ਵਾਇਸਰਾय ਸੀ ਇੰਡੀਆ ਦਾ, ਠੀਕ ਹੈ, ਇਸ ਨੇ ਬੰਗਾਲ ਦੀ ਵੰਡ ਨੂੰ ਅੰਜਾਮ ਦਿੱਤਾ 1905 ਦੇ ਵਿੱਚ। ਲਾਰਡ ਕਰਜ਼ਨ ਜੋ ਕਿ 1899 ਤੋਂ ਲੈ ਕੇ 1905 ਤੱਕ ਭਾਰਤ ਦਾ ਵਾਇਸਰਾय ਰਿਹਾ, ਇਸ ਨੇ ਬੰਗਾਲ ਦੀ ਵੰਡ ਕੀਤੀ 1905 ਦੇ ਵਿੱਚ। ਤੋਂ ਆਈ ਥਿੰਕ ਇਹ ਸਲਾਈਡ ਤੁਹਾਨੂੰ ਸਮਝ ਆ ਗਈ ਹੋਏਗੀ। ਅੱਗੇ ਚੱਲਦੇ ਹਾਂ। ਉਸ ਤੋਂ ਬਾਅਦ ਅਗਰ ਮੈਂ ਗੱਲ ਕਰਾਂ ਪਾਰਟੀਸ਼ਨ ਆਫ ਬੰਗਾਲ, ਬੰਗਾਲ ਦੀ ਵੰਡ ਦੀ, तो 1905 ਦੇ ਵਿੱਚ ਬੰਗਾਲ ਦੀ ਜਿਹੜੀ ਹੈ ਉਹ ਵੰਡ ਹੁੰਦੀ ਹੈ। ਇਸ ਸਮੇਂ ਵਾਇਸਰਾय ਕੌਣ ਸੀ? तो लॉर्ड कर्जन इस समय वायसराय ਸੀ। 1899 ਤੋਂ ਲੈ ਕੇ 1905 ਤੱਕ ਰਿਹਾ ਔਰ ਇੱਥੇ ਹੀ ਬੰਗ ਭੰਗ ਦੀ ਉਪਚਾਰਿਕ ਘੋਸ਼ਣਾ ਵੀ ਕਰ ਦਿੱਤੀ ਗਈ ਸੀ। ਮਤਲਬ ਬੰਗਾਲ ਨੂੰ ਵੰਡਣ ਦੀ ਜੋ ਉਪਚਾਰਿਕ ਘੋਸ਼ਣਾ ਕੀਤੀ ਗਈ ਸੀ ਉਹ ਤਾਂ 1903 ਦੇ ਵਿੱਚ ਹੀ ਕਰ ਦਿੱਤੀ ਗਈ ਸੀ। ਇਹੀ ਕਾਰਨ ਹੈ ਕਿ 1903 ਤੋਂ ਬਾਅਦ 1905 ਵਿੱਚ ਜੋ ਸੀ ਉਹ ਬੰਗ ਭੰਗ ਅੰਦੋਲਨ ਅਤੇ ਸਵਦੇਸ਼ੀ ਮੂਵਮੈਂਟ ਜਿਹੜੀ ਸੀ ਉਸ ਦੀ ਰੂਪਰੇਖਾ ਤਿਆਰ ਹੋ ਚੁੱਕੀ ਸੀਗੀ। ਬੰਗਾਲ ਦੀ ਵੰਡ ਦੀ ਜੋ ਰੂਪਰੇਖਾ ਸੀ ਅੰਗਰੇਜ਼ਾਂ ਵੱਲੋਂ ਤਿਆਰ ਕੀਤੀ ਗਈ ਸੀ ਔਰ ਇਸ ਨੂੰ ਜੋ ਇਹ ਰੂਪਰੇਖਾ ਹੈ ਇਸ ਨੂੰ ਜਨਤਕ ਕਦੋਂ ਕੀਤਾ ਗਿਆ? ਠੀਕ ਹੈ, ਤਾਂ ਇਸ ਨੂੰ ਜਨਤਕ ਕੀਤਾ ਗਿਆ ਸੀ 19 ਜੁਲਾਈ 1905 ਨੂੰ। ਮਤਲਬ 19 ਜੁਲਾਈ 1905 ਨੂੰ ਲੋਕਾਂ ਨੂੰ ਇਹ ਦੱਸ ਦਿੱਤਾ ਗਿਆ ਸੀਗਾ ਕਿ ਅਸੀਂ ਬੰਗਾਲ ਨੂੰ ਡਿਵਾਈਡ ਕਰਨ ਜਾ ਰਹੇ ਹਾਂ ਔਰ ਅੰਤਿਮ ਰੂਪ ਦੇ ਵਿੱਚ ਬੰਗਾਲ ਨੂੰ ਡਿਵਾਈਡ ਕਰ ਦਿੱਤਾ ਗਿਆ ਸੀ 16 ਅਕਤੂਬਰ 1905। ਤੋਂ ਇਸ ਤਰ੍ਹਾਂ 16 ਅਕਤੂਬਰ 1905 ਨੂੰ ਬੰਗਾਲ ਦੀ ਵੰਡ ਹੋ ਜਾਂਦੀ ਹੈ ਔਰ ਇਹੀ ਦਿਨ ਜੋ 16 ਅਕਤੂਬਰ ਦਾ ਦਿਨ ਹੈ ਇਸ ਨੂੰ ਮਾਰਨਿੰਗ ਡੇ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਔਰ ਮਾਰਨਿੰਗ ਡੇ ਦੇ ਰੂਪ ਵਿੱਚ ਉਸ ਸਮੇਂ ਮਨਾਇਆ ਗਿਆ ਜੋ ਕਿ ਹੈ ਸ਼ੋਕ ਦਾ ਦਿਨ। ਮਤਲਬ ਇਸ ਦਿਨ ਨੂੰ ਸ਼ੋਕ ਦੇ ਦਿਨ ਦੇ ਰੂਪ ਵਿੱਚ ਜਿਹੜਾ ਸੀਗਾ ਉਹ ਮਨਾਇਆ ਗਿਆ ਸੀਗਾ। ਬੰਗਾਲ ਦੀ ਵੰਡ ਜੋ ਹੋਈ तो बंगाल के दो पार्ट कर दिते गए, पश्चिमी बंगाल ਅਤੇ पूर्वी बंगाल। अगर मैं पश्चिमी बंगाल की गल करा तो इस एरिए दे विच जो हिंदू भाईचारे के लोग सी उन्हां नूं रखिया गया। इत्थे हिंदी भाषा बहुत ज्यादा बोली जाती सी और इस एरिए दे विच पश्चिमी बंगाल दे विच उड़ीसा अते बिहार वर्गे प्रोविंसेस नूं शामिल किया गया। उधर ही अगर मैं पूर्वी बंगाल की गल करा तो इत्थे मुस्लिम भाईचारे के लोग ज्यादा रहिंदे सी, मुस्लिम भाषा ज्यादा बोली जाती सी और इस एरिए दे विच बंगाल अते असम वर्गे प्रोविंसेस नूं शामिल किया गया। तो इस तरह लॉर्ड कर्जन ने बंगाल की वंड नूं अंजाम दिता। आगे चलते हैं। उस तो बाद ये जो बंगाल की वंड हुई, जो पार्टीशन हुई बंगाल की 1905 दे विच और 16 अक्तूबर 1905 ਦੇ ਵਿੱਚ ਹੋਈ ਸੀ और ये जो 16 ਅਕਤੂਬਰ ਦਾ ਦਿਨ ਸੀ ਇਸ ਨੂੰ ਬੰਗਾਲ ਦੇ ਲੋਕਾਂ ਨੇ ਸ਼ੋਕ ਦੇ ਦਿਨ ਦੇ ਰੂਪ ਦੇ ਵਿੱਚ, ਮੈਂ ਕਿਹਾ ਮਾਰਨਿੰਗ ਡੇ ਦੇ ਰੂਪ ਵਿੱਚ ਜਿਹੜਾ ਸੀਗਾ ਉਹ ਮਨਾਇਆ ਸੀ। ਕਿਸ ਤਰ੍ਹਾਂ ਮਨਾਇਆ ਕਿ ਹਿੰਦੂ ਅਤੇ ਮੁਸਲਮਾਨ ਬੰਗਾਲ ਦੀ ਵੰਡ ਦੇ ਵਿਰੋਧ ਦੇ ਵਿੱਚ ਨੰਗੇ ਪੈਰੀ, ठीक है, चल के गंगा के किनारे पहुंचते हैं और उत्थे वर्त रखते हैं ਅਤੇ उदासी के गीत ਜਿਹੜੇ ਹੈਗੇ ਆ ਉਹ ਗਾਉਂਦੇ ਆ। और इत्थे ही रविंद्रनाथ टैगोर के कहते हिंदू और मुसलमानों ने एक त्योहार मनाया जिसनों बोलते हैं रक्षा बंधन। ठीक है, एक दूजे नूं रखड़ी बन्नी और इस करके क्योंकि इंग्लैंड नूं ये पता चले कि हिंदू मुसलमान कदे भी अलग अलग नहीं सी ना होंगे,
इस समय ही रविंद्रनाथ टैगोर ने गीत लिखा अमार सुनार बांगला, मेरा सोना बंगला। और यही गीत जो सी 1971 तो बाद बांग्लादेश का राष्ट्रीय गान वजों अपनाया गया और अज भी इसनूं एज अ राष्ट्रीय गान बांग्लादेश के लोग गाते हैं। तो आई थिंक इट्स लाइक तुहानूं कंप्लीट हो गई होएगी। अगे चलते हैं। उस तो बाद अगर बंगाल की वंड के कारणों की गल करिए, ठीक है, तो बंगाल की वंड के जो कारण सी, अगर गवर्नमेंट तो पूछा गया कि भी की कारण सी, तो गवर्नमेंट का जो कॉज सीगा, गवर्नमेंट ने जो रीजन दसिया, अधिकारत कारण जो दसिया, जो ऑफिशियल कॉज दसिया वो सी कि बंगाल सूबा बहुत बड़ा है, इसकी इकहरे प्रशासन लई व्यवस्था करनी औखी है। मतलब बंगाल जो प्रोविंस है, ठीक है, एक बहुत ज्यादा लार्ज प्रोविंस है, इस करके सिंगल एडमिन तो इसनू कंट्रोल नहीं किया जा रहा, ठीक है, एक गवर्नमेंट का कॉज सी। लेकिन अगर आप सही तरीके की गल करिए, अगर आप देखिए कि उस समय बंगाल की वंड क्यों की गई, तो यह सी अंग्रेजी सरकार बंगाल के विच जो राष्ट्रवादी भावना बहुत ज्यादा बढ़ गई सी, ठीक है, तो इस भावना नूं खत्म करना चाहते सी, ठीक है, और हिंदू मुसलमानों के विच फुट पा के इन्हां नूं आपस विच ही लड़ाना चाहते सी, तां जो ये इकट्ठे होके देश की आजादी का संघर्ष जिहड़ा है वो विड ना। बंगाल की वंड के विरोध विच ही बाईकाट अते स्वदेशी अंदोलन शुरू किया गया। आपां गल कीती कि इसकी जो अनाउंसमेंट कर दी गई सी, उस तो बाद ही जो बाईकाट अते स्वदेशी अंदोलन की जिहड़ी सीगी वो घोषणा कर दी गई सी। अगर गल करिए बाईकाट अते स्वदेशी अंदोलन की घोषणा की, तो एक कलकत्ता के टाउन हाल तो, ठीक है, 7 अगस्त 1905 ਦੇ ਵਿੱਚ ਹੀ ਇਹ घोषणा ਜਿਹੜੀ ਸੀਗੀ ਉਹ कर ਦਿੱਤੀ ਗਈ ਸੀ। और इस बाईकाट के तहत होया कि, तो बाईकाट ਅਤੇ स्वदेशी अंदोलन जो कि 7 अगस्त 1905 ਵਿੱਚ ਇਸ ਦੀ घोषणा हुई, 7 अगस्त ਨੂੰ ही विदेशी कपड़िਆਂ ਦੀ होली जलाई गई ਅਤੇ जो विदेशी कपड़िਆਂ ਦੀਆਂ दुकानां सी उन्हां अगे विरोध प्रदर्शन किए गए। मान लो ये दुकान है तो इस दे मतलब बिल्कुल घेरा बना के लोग खड़ के एक दूजे का हाथ पकड़ के, ना तो कोई इस दुकान में एंट्री कर सकता है और ना ही इस दुकान तो कोई बाहर आ सकेगा। तो इस तरह विरोध प्रदर्शन जो सीगा वो जोरा शोरा ते शुरू होया। इस दे विरोध ही अंग्रेजा ने भी एक घोषणा कर दी कि अगर कोई सरकारी कर्मचारी, अगर कोई गवर्नमेंट एम्प्लॉय इस प्रदर्शनकारियों नाल साथ देगा या बाईकाट अते स्वदेशी अंदोलन दे विच भाग लेगा तो उसनूं नौकरी तो हटा दिता जाएगा। इस समय ही एक सम्मेलन कलकत्ते दे विच इंडियन नेशनल कांग्रेस के द्वारा करवाया गया 16 नवंबर 1905 ਨੂੰ। और इस सम्मेलन दे विच जो भाग लिता वो बहुत ही मोस्ट इंपॉर्टेंट व्यक्तियां ने, जिवें कि रविंद्रनाथ टैगोर, सुरेंद्रनाथ बैनर्जी ਅਤੇ विपिन चंद्रपाल वर्गे नेतावां ने पार्टिसिपेट किया। और इस सम्मेलन च यह फैसला लिया गया कि स्वदेशी सिक्ख्या नूं बढ़ावा दिता जाएगा, क्योंकि जो अंग्रेजी सिक्ख्या सी उसका तो बाईकाट करना सी, तो स्वदेशी सिक्ख्या नूं बढ़ावा दिता जाएगा और इसके लिए संस्थावां भी खोलिया जाएगियां। तो इत्थे एक संस्था की स्थापना भी की गई जिसनूं बोलते हैं राष्ट्रीय सिक्ख्या परिषद, नेशनल एजुकेशन काउंसिल। तो इन्नी डिटेल तुसी इसकी याद रखनी है। आगे चलते हैं। ਅਤੇ अगले ही साल 16 अगस्त 1906 ਨੂੰ बंगाल राष्ट्रीय विश्वविद्यालय मतलब बंगाल नेशनल कॉलेज की भी स्थापना कर दी गई। और अगर इसके प्रेसिडेंट तुहानूं पुछ लें तो इसके जो प्रेसिडेंट बनाए गए सी वो सी अरविंद घोष। ਇਹ ਉਹ ਪਹਿਲਾ ਅੰਦੋਲਨ ਸੀ ਜਿਸ ਵਿੱਚ ਔਰਤਾਂ ਨੇ ਵੱਧ ਚੜ ਕੇ ਪਾਰਟਿਸਿਪੇਟ ਕੀਤਾ, ਮਤਲਬ ਜ਼ਿਆਦਾ ਮਤਲਬ ਵੱਡੇ ਪੱਧਰ ਤੇ ਜਿਹੜਾ ਸੀਗਾ ਔਰਤਾਂ ਨੇ ਹਿੱਸਾ ਲਿਆ। ਅਤੇ ਬਾਈਕਾਟ ਅਤੇ स्वदेशी ਅੰਦੋਲਨ ਜੋ ਸੀ ਉਹ ਦੇਸ਼ ਦੀ ਆਜ਼ਾਦੀ ਦੀਆਂ ਜੋ ਪਹਿਲੀਆਂ ਲਹਿਰਾਂ ਸੀ, ਜਿਹੜੇ ਪਹਿਲੇ ਅੰਦੋਲਨ ਸੀ, ਉਹਨਾਂ ਅੰਦੋਲਨਾਂ ਦੇ ਵਿੱਚੋਂ ਸਭ ਤੋਂ ਵੱਡਾ ਅੰਦੋਲਨ ਸਾਬਿਤ ਹੋਇਆ, ਜਿਸ ਦੇ ਵਿੱਚ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ। ਮਤਲਬ ਲੋਕਾਂ ਨੇ ਇਸ ਅੰਦੋਲਨ ਦੇ ਵਿੱਚ ਵੱਧ ਚੜ ਕੇ ਹਿੱਸਾ ਲਿਆ। ਇੱਥੇ ਜੋ ਲੋਕਾਂ ਦੀ ਭਾਗੀਦਾਰੀ ਸੀਗੀ ਉਹ ਬਹੁਤ ਜ਼ਿਆਦਾ ਸੀ, ठीक है। और जल्द ही ये जो बाईकाट ਅਤੇ स्वदेशी अंदोलन है ये पूरे देश ਦੇ ਵਿੱਚ फैल जाता है। और अगर पूरे देश ਵਿੱਚ फैलिया तो ਆਪਾਂ ਗੱਲ करिए कि ਕਿਹੜੇ ਏਰੀਏ ਦੇ ਵਿੱਚ किस आगू ने, किस लीडर ने इस बाईकाट ਅਤੇ स्वदेशी अंदोलन ਨੂੰ अंजाम दिता,
एज अ लीडर। तो अगर मैं पूना ਅਤੇ ਬੰਬਈ ਦੀ ਗੱਲ ਕਰਾਂ ਤਾਂ पूना ਅਤੇ ਬੰਬਈ ਦੇ ਵਿੱਚ ਬਾਈਕਾਟ ਅਤੇ ਸਵਦੇਸ਼ੀ ਅੰਦੋਲਨ ਦੀ ਵਾਂਗਡੋਰ ਸਾਂਭੀ ਲੋਕਮਾਨਿਆ ਤਿਲਕ ਨੇ। ਪੰਜਾਬ ਦੇ ਵਿੱਚ ਇਸ ਅੰਦੋਲਨ ਦੀ ਵਾਂਗਡੋਰ ਅਜੀਤ ਸਿੰਘ ਅਤੇ ਲਾਲਾ ਲਾਜਪਤ ਰਾਏ ਦੇ ਹੱਥਾਂ ਵਿੱਚ ਸੀ। ਦਿੱਲੀ ਦੀ ਗੱਲ ਕਰੀਏ ਤਾਂ ਦਿੱਲੀ ਦੇ ਵਿੱਚ ਬਾਈਕਾਟ ਅਤੇ ਸਵਦੇਸ਼ੀ ਅੰਦੋਲਨ ਦੀ ਵਾਂਗਡੋਰ ਸੈयद हैदर रजा द्वारा ਜਿਹੜੀ ਸੀਗੀ ਉਹ ਸਾਂਭੀ ਗਈ ਸੀ। ਔਰ ਮद्रास ਦੀ ਗੱਲ ਕਰੀਏ ਤਾਂ मद्रास ਦੇ ਵਿੱਚ ਇਹ ਜੋ ਵਾਂਗਡੋਰ ਸਾਂਭੀ ਸੀ ਉਹ ਸੀਗੀ चिदम्बरम पिल्ले। तो ਇਹ ਸੀ ਬੰਗਾਲ ਦੀ ਵੰਡ ਅਤੇ ਬਾਈਕਾਟ ਅਤੇ ਸਵਦੇਸ਼ੀ ਅੰਦੋਲਨ। तो आई थिंक ਤੁਹਾਨੂੰ ਇਸ ਦੀ ਪੂਰੀ ਜਾਣਕਾਰੀ ਜਿਹੜੀ ਹੈ ਉਹ ਮਿਲ ਗਈ ਹੋਏਗੀ। तो थैंक यू फॉर वॉचिंग। प्लीज मेरे चैनल ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਸਿਰ ਮਿਲ ਸਕੇ। ਤੁਸੀਂ ਮੈਨੂੰ ਫੋਲੋ ਕਰ ਸਕਦੇ ਹੋ YouTube ਚੈਨਲ ਮਾਈਂਡ ਕੋਚ ਨੂੰ ਤੁਸੀਂ ਪਲੀਜ਼ ਸਬਸਕ੍ਰਾਈਬ ਕਰੋ ਔਰ Instagram ਤੇ ਤੁਸੀਂ ਮੈਨੂੰ ਫੋਲੋ ਕਰ ਸਕਦੇ ਹੋ, Facebook ਪੇਜ ਤੇ ਤੁਸੀਂ ਮੈਨੂੰ ਫੋਲੋ ਕਰ ਸਕਦੇ ਹੋ ਔਰ Telegram ਤੇ ਤੁਸੀਂ ਮੈਨੂੰ ਫੋਲੋ ਕਰ ਸਕਦੇ ਹੋ ਮਾਈਂਡ ਕੋਚ 08 ਲਈ ਔਰ 8 ਤੇ। ਔਰ ਇਸ ਦੀ ਜੋ PDF ਹੈ ਉਹ ਵੀ ਤੁਹਾਨੂੰ ਮਾਈਂਡ ਕੋਚ 08 ਤੇ ਮਿਲ ਜੇਗੀ। तो थैंक यू।